तो टुडे जिस टॉपिक पे मैं अपना लेक्चर स्टार्ट कर रहे हैं दैट इज ऑन पावर सप्लाईज। और ਇਸ ਪਾਰਟਿਕੂਲਰ ਯੂਨਿਟ ਦੇ ਵਿੱਚ ਜੋ ਸਾਡੇ ਕਰਿਕੂਲਮ ਦੇ ਵਿੱਚ ਅਵੇਲੇਬਲ ਹੈ ਪਾਵਰ ਸਪਲਾਈਜ਼ ਦੇ ਯੂਨਿਟ ਦੇ ਵਿੱਚ one is your SMPS and other is your UPS. SMPS is switch mode power supply और UPS is your uninterrupted power supply. और first thing first what we are going to do जो ਅਸੀਂ start ਕਰਨ ਲੱਗੇ हैं we are going to start it with the SMPS. SMPS ਕੀ ਹੈ? ਅਗਰ ਅਸੀਂ SMPS ਦੀ ਗੱਲ ਕਰੀਏ ਜਾਂ ਪਾਵਰ ਸਪਲਾਈਜ਼ ਦੀ ਗੱਲ ਕਰੀਏ ਬਿਫੋਰ ਸਟਾਰਟਿੰਗ ਆਊਟ SMPS ਜਾਂ ਉਹਦੇ ਮੈਂ ਫੀਚਰਸ ਨੂੰ ਦੱਸਣ ਤੋਂ ਪਹਿਲਾਂ ਮੈਂ SMPS ਦੀ ਵੀ ਗੱਲ ਕਰਾਂਗਾ, ਮੈਂ ਨਾਰਮਲ ਪਾਵਰ ਸਪਲਾਈਜ਼ ਦੀ ਵੀ ਗੱਲ ਕਰਾਂਗਾ ਜਿਹੜੀ ਅਸੀਂ ਨਾਰਮਲੀ ਕੰਪਿਊਟਰ ਸਿਸਟਮ ਦੇ ਵਿੱਚ ਯੂਜ਼ ਕਰਦੇ। ਫਰਸਟ ਥਿੰਗ ਜਿਹੜੀ ਕੰਪਿਊਟਰ ਦੀ ਪਾਵਰ ਸਪਲਾਈਜ਼ ਹੈ, ਮੈਂ ਸ਼ਾਇਦ ਮਦਰਬੋਰਡ ਦੇ ਲੈਕਚਰ ਦੇ ਦੌਰਾਨ ਵੀ ਤੁਹਾਨੂੰ ਸ਼ਾਇਦ ਐਕਸਪਲੇਨ ਕੀਤਾ ਸੀ, ਸੇਮ ਇਹ ਚੀਜ਼ ਮੈਂ ਫੇਰ ਐਕਸਪਲੇਨ ਕਰ ਰਿਹਾ that even ਤੁਸੀਂ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਵੀ ਇਹ ਚੀਜ਼ ਪੜ੍ਹੀ ਹੋਈ ਹੈ that ਜਿੰਨੇ ਤੁਹਾਡੇ ਇਲੈਕਟ੍ਰੋਨਿਕਸ ਆਈਟਮਸ ਹੈ, ਇਲੈਕਟ੍ਰੋਨਿਕਸ ਕੰਪੋਨੈਂਟਸ ਹੈ, ਉਹ +5 ਵੋਲਟ ਔਰ +12 ਵੋਲਟ ਤੇ ਹੀ ਆਪਰੇਟ ਕਰਦੇ ਹੈ DC। ਇਸ ਚੀਜ਼ ਨੂੰ ਨੋਟ ਕਰ ਲਿਓ ਧਿਆਨ ਨਾਲ। maximum electronic components they operate on +5 volt +12 volt या -5 volt या -12 volt। और डिजिटल इलेक्ट्रॉनिक्स ਤੁਸੀਂ ਇਹ ਚੀਜ਼ ਵੀ ਪੜ੍ਹੀ ਹੋਣੀ ਹੈ, ਅਗਰ ਤੁਹਾਡਾ ਵੋਲਟੇਜ +5 ਵੋਲਟ ਹੈ that is called logic 1 और अगर ਤੁਹਾਡਾ ਵੋਲਟੇਜ 0 ਵੋਲਟ ਹੈ, ਇਹ ਮੈਂ DC ਦੀ ਗੱਲ ਕਰ ਰਿਹਾ, ਮੈਂ AC ਦੀ ਗੱਲ ਨਹੀਂ ਕਰ ਰਿਹਾ। अगर ਤੁਹਾਡਾ ਵੋਲਟੇਜ 0 ਵੋਲਟ ਹੈ that is being called as logic 0। ਸੋ ਇੱਥੇ ਮੈਂ ਹੋਰ ਐਲੈਬੋਰੇਟ ਕਰੂੰਗਾ ਇਸ ਚੀਜ਼ ਨੂੰ। ਅਗਰ ਤੁਹਾਡਾ ਵੋਲਟੇਜ 0 ਵੋਲਟ ਤੋਂ ਲੈ ਕੇ 0.9 ਵੋਲਟ ਤੱਕ, if the voltage level at a point is from 0 to 0.9 volt, that is considered as logic 0। And if voltage is from 4.1 volt to 5 volt, 5 volt ਦੇ ਵਿੱਚ 4.1 ਤੋਂ ਲੈ ਕੇ 5 ਵੋਲਟ ਦੇ ਵਿੱਚ ਹੈ, that is being considered as logic 1। ਜਿਹੜੇ ਅਸੀਂ ਬਾਈਨਰੀ ਨੰਬਰ ਸਿਸਟਮ ਪੜਿਆ ਹੋਇਆ ਹੈ, ਜਿਹੜੇ ਅਸੀਂ ਹੈਕਸਾਡੈਸੀਮਲ ਨੰਬਰ ਸਿਸਟਮ ਪੜ੍ਹੇ ਹੋਏ ਹੈ, ਜਿਹੜੇ ਅਸੀਂ ਲੌਜਿਕ 0 ਪੜ੍ਹੇ ਹੈ, ਜਿਹੜਾ ਅਸੀਂ ਲੌਜਿਕ 1 ਪੜ੍ਹਿਆ ਹੈ, that are basically DC voltage levels। A level from 0 to 0.9 that is logic 0, a level from 4.1 to 5 volt that is logic 1। And mainly electronics item they operate on these volts +5 +12 -5 -12। एंड रिसेंटली मैं लास्ट मंथ एक न्यूज़पेपर 'ਚ ਵੀ ਇੱਕ ਆਰਟੀਕਲ ਵੀ ਪੜ੍ਹ ਰਿਹਾ ਸੀਗਾ। ਨਾਓ ਕੁਝ ਇਲੈਕਟ੍ਰੋਨਿਕਸ ਡਿਵਾਈसेस ਅੱਜਕੱਲ ਜਿਹੜੇ ਆ ਰਹੇ ਹੈ ਦੇ ਆਪਰੇਟ ਔਨ 3 ਵੋਲਟ ਔਰ 3.3 ਵੋਲਟ, ਮੀਨਸ ਵੋਲਟੇਜ ਲੈਵਲ ਹੋਰ ਡਾਊਨ ਕਰ ਰਹੇ ਹੈ ਆਪਰੇਟ ਕਰਨ ਦੇ ਲਈ। ਸੋ ਬੇਸਿਕਲੀ ਅਸੀਂ ਚਾਹੇ ਕੰਪਿਊਟਰ ਨੂੰ ਆਪਰੇਟ ਕਰਨਾ ਹੈ ਜਾਂ ਕਿਸੇ ਹੋਰ ਡਿਵਾਈਸ ਨੂੰ ਆਪਰੇਟ ਕਰਨਾ ਹੈ, we do require power supplies that convert alternating current to direct current, mainly convert 110 ਤੋਂ ਲੈ ਕੇ 240 ਵੋਲਟ AC। ਮੈਂ ਲਾਸਟ ਟਾਈਮ ਵੀ ਸ਼ਾਇਦ ਸਲਾਈਡ ਤੁਹਾਨੂੰ ਦਿਖਾਈ ਸੀ, ਮੈਂ ਫਿਰ ਇਹੀ ਕਹਿ ਰਿਹਾ ਕਿਉਂ 110 ਵੋਲਟ ਦੀ ਗੱਲ ਕਿਉਂ ਕਰ ਰਿਹਾ। ਇੰਡੀਆ 'ਚ ਤਾਂ 220 ਵੋਲਟ ਚੱਲ ਰਿਹਾ ਹੈ, ਕੁਝ ਕੰਟਰੀਜ਼ ਦੇ ਵਿੱਚ 110 ਵੋਲਟ ਵੀ ਚੱਲਦਾ ਹੈ, ਕੁਝ ਕੰਟਰੀਜ਼ ਦੇ ਵਿੱਚ 150 ਵੋਲਟ ਵੀ ਚੱਲਦਾ ਹੈ। ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਆਪਣੀ ਪਾਵਰ ਸਪਲਾਈ ਦੀ ਵੋਲਟੇਜ ਔਰ ਫ੍ਰੀਕੁਐਂਸੀ ਡਿਫਰੈਂਟ ਹੈ। ਇਸੇ ਕਰਕੇ ਰੇਂਜ ਲਿਖੀ ਹੋਈ ਹੈ 110 to 240 ਵੋਲਟ। ਅਸੀਂ ਅਗਰ ਸਪੋਜ਼ ਕੋਈ ਇੱਕ ਮੋਬਾਈਲ ਫੋਨ ਖਰੀਦਦੇ ਹਾਂ ਅਮਰੀਕਾ ਦੇ ਵਿੱਚ,
ਜਦੋਂ ਉਸ ਚਾਰਜਰ ਨੂੰ ਇੰਡੀਆ 'ਚ ਲੈ ਕੇ ਆਉਂਦੇ ਆ ਤਾਂ ਸਾਨੂੰ ਉਹ ਪ੍ਰੋਬਲਮ ਹੁੰਦੀ ਹੈ, ਸਾਨੂੰ ਚਾਰਜਰ ਚੇਂਜ ਕਰਨਾ ਪੈਂਦਾ ਹੈ ਕਿਉਂਕਿ ਉੱਥੇ ਪਾਵਰ ਸਪਲਾਈ ਡਿਫਰੈਂਟ ਹੈ। So depending upon all these things, depending upon all these circumstances, we need power supplies that convert alternating current to the direct current. And three type of power supplies are being used. One is linear, another is switch mode, third is uninterrupted, UPS. लेकिन UPS का फंक्शन नहीं है, UPS का इसके नाल कोई लेना देना नहीं है, UPS is a different thing. SMPS stands for switch mode power supply. मैं बार बार इस टर्म ਨੂੰ बार-बार करना है क्योंकि ऑब्जेक्टिव चा क्वेश्चन आना है. SMPS stands for switch mode power supply. और एक कन्वर्ट करता है डीसी वोल्टेज +5 -5 +12 एंड -12. ਹੁਣ ਇੱਕ ਚੀਜ਼ ਹੈ ਦੇਖੋ, ਇਹ ਆਮ ਇੱਕ ਜਨਰਲ ਪਾਵਰ ਸਪਲਾਈ, ਜਨਰਲ ਪਾਵਰ ਸਪਲਾਈ ਦਾ ਜੋ ਬੇਸਿਕ ਪ੍ਰਿੰਸੀਪਲ ਹੈ ਮੈਂ ਉਹਦੀ ਡਾਇਗਰਾਮ ਸਾਹਮਣੇ ਤੁਹਾਡੇ ਸਕਰੀਨ ਤੇ ਬਣਾਈ, ਜੋ ਇੱਕ ਜਨਰਲ ਪਾਵਰ ਸਪਲਾਈ, ਜਨਰਲ ਪਾਵਰ ਸਪਲਾਈ ਦੇ ਵਿੱਚ ਏਸੀ ਇਨਪੁਟ ਆਂਦੀ ਹੈ, ਏਸੀ ਇਨਪੁਟ ਲਈ ਔਨ ਆਫ ਦਾ ਸਵਿਚ ਹੈ, ਅਗਰ ਇਹ ਸਵਿਚ ਆਫ ਹੈ ਤਾਂ ਫਿਰ ਤਾਂ ਪਾਵਰ ਸਪਲਾਈ ਨਹੀਂ ਆ ਰਹੀ, ਅਗਰ ਇਹ ਤੁਹਾਡਾ ਸਵਿਚ ਔਨ ਹੈ, ਸਵਿਚ ਔਨ ਦਾ ਮਤਲਬ ਹੈ that ਇਹ ਤੁਹਾਡਾ ਕਨੈਕਸ਼ਨ ਜੁੜ ਰਿਹਾ ਆਪਸ ਚ, that means circuit is complete, ਤੁਹਾਡੀ ਪਾਵਰ ਸਪਲਾਈ ਆਏਗੀ। ਉਸ ਤੋਂ ਬਾਅਦ ਫਿਊਜ਼ ਲੱਗਿਆ ਹੈ, then transformer, rectifier, filter, regulator and finally we have got DC output. मैं एक जनरल पावर सप्लाई ਦਾ ਕਨਸੈਪਟ ਦੱਸ ਰਿਹਾ ਹਾਂ, ਅਲਟੀਮੇਟਲੀ ਇਹ ਤੁਹਾਡੀ SMPS ਦੇ ਵਿੱਚ ਵੀ ਯੂਜ਼ ਹੋਏਗਾ। AC इनपुट देती है सब तो पहला ऑन ऑफ स्विच, अगर स्विच ऑफ है दैट मीन्स इस पोजीशन च कनेक्शन नहीं बन रहा, दैट मीन्स पावर सप्लाई नहीं आ रही। अगर स्विच ऑन है, कनेक्शन बन गया, यह जाके इत्थे टच होएगा, कनेक्शन बन गया, साडे को फ्यूज लग गया है, फ्यूज का की रोल है मैं तुहानू बाद च एक्सप्लेन करांगा। साडे को चार मेन कंपोनेंट्स है, फर्स्ट इज ट्रांसफार्मर, सेकंड इज रेक्टिफायर, थर्ड इज फिल्टर, फोर्थ इज वोल्टेज रेगुलेटर। ट्रांसफार्मर का की काम है, स्टेप AC वोल्टेज अप और डाउन। ट्रांसफार्मर बड़ा मेजर चीज होंदी है, अगर तुसी पावर सप्लाई दे विच सब तो इंपॉर्टेंट पार्ट ट्रांसफार्मर होंदा है। एंड मैं होप कर रहा शायद तुसी बेसिक इलेक्ट्रॉनिक्स या बेसिक इलेक्ट्रिकल इंजीनियरिंग ट्रांसफार्मर पढ़िया होगा। ट्रांसफार्मर भी दो टाइप के होंगे, या स्टेप अप करने ਲਈ या स्टेप डाउन करने ਲਈ, वोल्टेज लैवल ਨੂੰ अप ਕਰਨ ਲਈ ਜਾਂ वोल्टेज लैवल ਨੂੰ डाउन ਕਰਨ ਲਈ। और ਜਦੋਂ मतलब अगर मैं ਤੁਹਾਡੇ ਨਾਲ ਇਸ ਚੀਜ਼ ਨੂੰ ਥੋੜਾ ਜਿਹਾ ਹੋਰ ਡਿਟੇਲ ਚ ਐਕਸਪਲੇਨ ਕਰਨਾ ਚਾਹਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਐਕਸਪਲੇਨ ਕਰਾਂ, ਤੁਹਾਨੂੰ ਪਾਵਰ ਸਪਲਾਈ ਮੈਂ ਇਲੈਕਟ੍ਰੀਕਲ ਦੇ ਕੰਟੈਕਸਟ ਨਾਲ ਗੱਲ ਕਰਨ ਲੱਗਾ ਹਾਂ। ਤੁਹਾਨੂੰ ਪਾਵਰ ਸਪਲਾਈ ਆਂਦੀ ਹੈ, आई सपोज मैं एक एग्जांपल ਲੈਣੇ ਆ ਨੰਗਲ ਦੇ ਵਿੱਚ ਭਾਖੜਾ ਡੈਮ ਤੋਂ। ਪਹਿਲੀ ਗੱਲ ਪਾਵਰ ਸਟੋਰ ਨਹੀਂ ਕੀਤੀ ਜਾ ਸਕਦੀ, ਪਾਵਰ ਸਟੋਰ ਨਹੀਂ ਕੀਤੀ ਜਾ ਸਕਦੀ, ਜਿੰਨੀ ਪ੍ਰੋਡਿਊਸ ਹੋਏਗੀ ਓਨੀ ਕੰਜ਼ਿਊਮ ਹੋਏਗੀ। ਜਦੋਂ ਟਰਾਂਸਮਿਸ਼ਨ ਹੁੰਦੀ ਹੈ ਉਸ ਨੰਗਲ ਤੋਂ ਲੈ ਕੇ ਜਲੰਧਰ ਤੱਕ, ਉਹ 220 ਵੋਲਟ AC ਨਹੀਂ ਹੁੰਦੀ, ਉਹ ਸਟੈਪ ਅਪ ਕੀਤੀ ਜਾਂਦੀ ਲੌਸਸ ਨੂੰ ਮਿਨੀਮਾਈਜ਼ ਕਰਨ ਲਈ। ਅਦਰਵਾਈਜ਼ ਤੁਹਾਡੇ ਤੱਕ ਪਾਵਰ ਪਹੁੰਚਦੇ ਪਹੁੰਚਦੇ ਜੇ ਉੱਥੋਂ ਮਤਲਬ 100 ਯੂਨਿਟ ਪਾਵਰ ਆਈ ਹੈ ਤਾਂ ਤੁਹਾਡੇ ਤੱਕ 10 ਯੂਨਿਟ ਹੀ ਪਹੁੰਚਣੀ ਹੈ। ਸੋ ਉਹਨੂੰ ਸਟੈਪ ਕੀਤਾ ਜਾਂਦਾ ਹੈ, ਸਟੈਪ ਅਪ ਕਰਕੇ ਲੌਂਗ ਡਿਸਟੈਂਸ ਟਰਾਂਸਮਿਸ਼ਨ ਕੀਤੀ ਜਾਂਦੀ ਹੈ। ਫਿਰ ਜਿਸ ਐਂਡ ਤੇ ਤੁਸੀਂ ਜਲੰਧਰ ਦੇ ਵਿੱਚ ਰਿਸੀਵ ਕਰਦੇ ਹੋ, ਤੁਹਾਡੇ ਕੋਲ ਪਾਵਰ ਸਟੇਸ਼ਨਸ ਬਣੇ ਹੁੰਦੇ ਆ, ਉਸ ਪਾਵਰ ਨੂੰ ਸਟੈਪ ਡਾਊਨ ਕਰਦੇ ਆ ਔਰ ਉਸ ਤੋਂ ਬਾਅਦ ਤੁਹਾਡੇ ਘਰਾਂ ਦੇ ਵਿੱਚ ਡੋਮੈਸਟਿਕ ਸਪਲਾਈ ਦੇ ਵਿੱਚ ਟ੍ਰਾਂਸਮਿਟ ਕਰਦੇ। ਸੋ ਟਰਾਂਸਫਾਰਮਰ ਦਾ ਇੱਕ ਪਾਵਰ ਸਪਲਾਈ ਦੇ ਵਿੱਚ ਜਾਂ ਸਟੈਪ ਅਪ ਕਰਨਾ ਹੈ ਜਾਂ ਸਟੈਪ ਡਾਊਨ ਕਰਨਾ ਹੈ, ਜਾਂ ਵਧਾਣਾ ਹੈ ਜਾਂ ਉਹਨੂੰ ਘਟਾਣਾ ਹੈ, दैट इज द रोल। दूसरी ਜਿਹੜਾ ਸਾਡੇ ਕੋਲ ਅਵੇਲੇਬਲ ਹੈ ਰੈਕਟੀਫਾਇਰ ਨੋਡਸ, ਚੇਂजेस AC टू DC, ਇਹਨੇ DC ਚ ਕਨਵਰਟ ਕਰਨਾ ਹੈ
ਰਿਪਲ ਇਫੈਕਟਸ ਜਿਹੜੀ ਫਲਕਚੁਏਸ਼ਨਸ ਨੂੰ ਘਟਾਉਂਦੇ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਫਿਲਟਰ ਨੈਟਵਰਕ ਹੈ, ਇਨਕਲੂਡਸ ਕੈਪੈਸਿਟਰਸ, ਇੰਡਕਟਰ, ਸਮੂਥ ਆਊਟ ਰਿਪਲਸ। ਜਿਹਦੇ ਵਿੱਚ ਕੋਈ ਵੀ ਵੇਰੀਏਸ਼ਨ ਹੋਏਗੀ ਡੀਸੀ ਦੇ ਵਿੱਚ, ਉਸ ਵੇਰੀਏਸ਼ਨ ਨੂੰ ਕਲੀਅਰ ਕਰਨ ਲਈ ਸਾਡੇ ਕੋਲ ਫਿਲਟਰ ਦਾ ਰੋਲ ਅਵੇਲੇਬਲ ਹੈ। ਔਰ ਲਾਸਟ ਵਿੱਚ ਸਾਡੇ ਕੋਲ ਵੋਲਟੇਜ ਰੈਗੂਲੇਟਰ ਹੈ, ਇਹ ਇੱਕ ਵੋਲਟੇਜ ਨੂੰ ਕਾਂਸਟੈਂਟ ਰੱਖਦਾ। ਹਰ ਐਵਰੀ ਪਾਵਰ ਸਪਲਾਈ ਰਿਲੇਟਡ ਵਿਦ ਅ ਕੰਪਿਊਟਰ, ਜਿਹੜੀ ਕੰਪਿਊਟਰ ਨਾਲ ਰਿਲੇਟਡ ਪਾਵਰ ਸਪਲਾਈ ਹੈ, ਉਹਨਾਂ ਦੇ ਵਿੱਚ ਆ ਚਾਰ ਕੁਝ ਪਾਰਟਸ, ਟਰਾਂਸਫਾਰਮਰ, ਰੈਕਟੀਫਾਇਰ, ਫਿਲਟਰ ਐਂਡ ਰੈਗੂਲੇਟਰ, they play an important role। ਮੈਂ ਇੱਕ ਤੁਹਾਨੂੰ ਇੱਕ ਜਨਰਲ ਬੇਸਿਕ ਪ੍ਰਿੰਸੀਪਲ ਆਫ ਪਾਵਰ ਸਪਲਾਈ ਤੁਹਾਡੇ ਕੋਲ ਲੈ ਰਿਹਾ, ਜੋ ਆਮ ਤੌਰ ਤੇ ਇੱਕ ਪ੍ਰਿੰਸੀਪਲ ਹੁੰਦਾ ਪਾਵਰ ਸਪਲਾਈ ਦਾ, ਉਹਦੀ ਗੱਲ ਕਰ ਰਹੇ। ਨਾਓ ਅਗਰ ਮੈਂ ਲੀਨੀਅਰ ਪਾਵਰ ਸਪਲਾਈ ਦੀ ਗੱਲ ਕਰਾਂ, ਲੀਨੀਅਰ ਪਾਵਰ ਸਪਲਾਈ, this is, it uses a transformer to convert the voltage, transformer converts the line AC voltage to smaller peak voltage, ਰੈਕਟੀਫਾਇਰ ਜੋ ਮੈਂ ਉੱਥੇ ਗੱਲ ਕਰ ਰਿਹਾ ਪਾਵਰ ਸਪਲਾਈ ਦਾ, ਉਹੀ ਲੀਨੀਅਰ ਪਾਵਰ ਸਪਲਾਈ ਦਾ ਫੰਕਸ਼ਨ ਹੈ। ਔਰ ਅਗਰ ਲੀਨੀਅਰ ਪਾਵਰ ਸਪਲਾਈ ਦੀ ਮੈਂ ਤੁਹਾਨੂੰ ਬਲੌਕ ਡਾਇਗਰਾਮ ਦਿਖਾਵਾਂ, if you look at the block diagram of linear power supply, this is the linear power supply block diagram। ट्रांसफार्मर लगा है, रेक्टिफायर लगा है, फिल्टर लगा है, वोल्टेज रेगुलेटर लगा है। ਜਿਹੜੀ ਮੈਂ ਇੱਕ ਨਾਰਮਲ ਪਾਵਰ ਸਪਲਾਈ ਦੀ ਗੱਲ ਕਰ ਰਿਹਾ ਸੀ, ਨਾਰਮਲ ਪਾਵਰ ਸਪਲਾਈ ਦੇ ਵਿੱਚ ਟਰਾਂਸਫਾਰਮਰ, ਰੈਕਟੀਫਾਇਰ, ਫਿਲਟਰ, ਰੈਗੂਲੇਟਰ, ਉਹ ਇਹੀ ਚਾਰ ਪਾਰਟਸ ਤੁਹਾਡੇ ਕੋਲ ਲੀਨੀਅਰ ਪਾਵਰ ਸਪਲਾਈ ਦੇ ਵਿੱਚ ਅਵੇਲੇਬਲ ਆ। ਹਾਂ, ਮੈਂ ਇੱਕ ਚੀਜ਼ ਐਕਸਪਲੇਨ ਕਰਨਾ ਭੁੱਲ ਗਿਆ ਸੀ, ਫਿਊਜ਼। ਫਿਊਜ਼ ਅਸੀਂ ਕਿਸ ਲਈ ਯੂਜ਼ ਕਰਦੇ ਹਾਂ? ਅਸੀਂ ਘਰਾਂ ਦੇ ਵਿੱਚ ਜਾਂ ਡੋਮੈਸਟਿਕ ਸਪਲਾਈ ਸਾਡੀ 220 ਵੋਲਟ ਏਸੀ, due to one or other reasons power supply ਬਹੁਤ ਵੱਧ ਜਾਂਦੀ, 220 ਦੀ ਜਗ੍ਹਾ 450 ਵੋਲਟ ਆ ਗਈ ਜਾਂ ਬਹੁਤ ਘਟ ਜਾਂਦੀ ਹੈ, ਤੇ ਤੁਹਾਡੇ ਇੱਕ ਫਿਊਜ਼ ਲੱਗਿਆ ਹੁੰਦਾ ਹੈ, ਕਾਪਰ ਵਾਇਰ ਦਾ ਲੱਗੀ ਹੁੰਦੀ ਹੈ, ਇਹ ਫਿਊਜ਼ ਮੈਲਟ ਕਰ ਦਿੰਦਾ, ਮੈਲਟ ਹੋ ਜਾਂਦਾ। ਵਾਇਰ ਮੈਲਟ ਹੋ ਗਈ, ਇਹਦਾ ਮਤਲਬ ਤੁਹਾਡਾ ਸਰਕਟ ਬ੍ਰੇਕ ਹੋ ਗਿਆ, ਤੁਹਾਡੇ ਘਰ ਪਾਵਰ ਸਪਲਾਈ ਆਣੀ ਬੰਦ ਹੋ ਗਈ। ਹੁਣ ਤੁਸੀਂ ਕਹੋਗੇ ਇਹ ਤਾਂ ਬਿਲਕੁਲ ਬੜੀ ਵੱਡੀ ਪ੍ਰੋਬਲਮ ਹੈ, ਤਾਂ ਗਲਤ ਚੀਜ਼ ਹੈ। नो, इट इज नॉट अ रॉन्ग थिंग। ਫਿਊਜ਼ ਨੇ ਕੀ ਕਰਨਾ, ਅਗਰ ਉਹ 440 ਵੋਲਟ ਨੂੰ ਨਿਕਲਣ ਦੇਗਾ, ਤੁਹਾਡੇ ਘਰ ਦੇ ਵਿੱਚ ਟੀਵੀ ਹੈ, ਤੁਹਾਡੇ ਘਰ ਦੇ ਵਿੱਚ ਫ੍ਰਿਜ ਹੈ, ਤੁਹਾਡੇ ਘਰ ਦੇ ਵਿੱਚ ਟਿਊਬ ਲਾਈਟਸ ਲੱਗੀਆਂ ਹੋਈਆਂ, ਫੈਨ ਲੱਗੇ ਹੋਏ ਆ, ਕਈ ਡਿਵਾਈਸਿਸ, ਇਲੈਕਟ੍ਰੀਕਲ ਡਿਵਾਈਸਿਸ ਲੱਗੇ ਆ, ਅਗਰ ਉਹ 440 ਵੋਲਟ ਆਏਗੀ ਤਾਂ ਉਹ ਸਾਰਿਆਂ ਨੂੰ ਸਾੜ ਦੇਗੀ। ਸੋ ਫਿਊਜ਼ ਇੱਕ ਗਾਰਡ ਦਾ ਕੰਮ ਕਰਦਾ ਹੈ ਕਿਸੇ ਵੀ ਸਰਕਟ ਦੇ ਵਿੱਚ। ਐਕਸੈਸਿਵ ਪਾਵਰ ਸਪਲਾਈ ਹੋਣ ਤੇ ਜਾਂ ਬਹੁਤ ਘੱਟ ਪਾਵਰ ਸਪਲਾਈ ਹੋਣ ਤੇ ਇਹ ਆਪ ਜਲ ਜਾਂਦਾ ਹੈ ਔਰ ਪੂਰਾ ਸਰਕਟ ਬ੍ਰੇਕ ਕਰ ਦਿੰਦਾ ਹੈ ਔਰ ਬਾਕੀ ਅਪਲਾਈਐਂਸਸ ਨੂੰ ਬਚਾ ਦਿੰਦਾ ਹੈ। ਸੋ ਜੋ ਤੁਹਾਡੀ ਮੈਂ ਬੇਸਿਕ ਪਾਵਰ ਸਪਲਾਈ ਦੀ ਗੱਲ ਕਰ ਰਿਹਾ ਸੀ, ਸੇਮ ਇਜ਼ ਵਿਦ ਦਿਸ ਲੀਨੀਅਰ ਪਾਵਰ ਸਪਲਾਈ। ट्रांसफार्मर देखो 220 वोल्ट एसी है, रेक्टिफायर, फिल्टर और रेगुलेटर। और अगर ਇਹ ਤੁਸੀਂ ਡਾਇਗਰਾਮਸ ਪੜ੍ਹੀਆਂ ਹੋਣ ਆਪਣੇ ਬੇਸਿਕ ਇਲੈਕਟ੍ਰੋਨਿਕਸ ਦੇ ਵਿੱਚ, ਇਹੀ ਡਾਇਗਰਾਮ ਤੁਸੀਂ ਆਮ ਤੌਰ ਤੇ ਯੂਜ਼ ਕਰਦੇ। ਆ ਡਾਇਓਡਸ ਲੱਗੇ ਹੋਏ ਹੈ, ठीक है, ਇਹ ਜ਼ੀਨਾ डायोड आ गया, अल्टीमेटली यू गेट ए रेगुलेटेड डीसी आउटपुट। और इससे ही डायग्राम ਦੇ ਵਿੱਚ ਆ ਦੇਖੋ, ਪਹਿਲਾਂ ਏਸੀ ਪਾਵਰ ਸਪਲਾਈ ਹੈ, this is being converted into a DC power supply। AC ऊपर नीचे है, ये हाई रेगुलेटेड नहीं है, ਇਹਦੇ ਚ रिपल इफेक्ट है। इस रिपल इफेक्ट ਨੂੰ रिमूव करते हुए this is your regulated power। ਹੁਣ ਲੀਨੀਅਰ ਪਾਵਰ ਸਪਲਾਈ ਦੇ ਵਿੱਚ ਹਰ ਕੰਪੋਨੈਂਟ ਦਾ ਕੀ ਰੋਲ ਹੈ? ਸਭ ਤੋਂ ਪਹਿਲਾਂ ਟਰਾਂਸਫਾਰਮਰ। ट्रांसफार्मर used to convert the voltage means to different, यूजुअली ਇਹਨੂੰ ਲੋਡ ਕਰਦਾ, ਇਹਨੂੰ ਸਟੈਪ ਅਪ ਨਹੀਂ ਕਰਦਾ, ਸਾਨੂੰ ਪਾਵਰ ਸਪਲਾਈ ਦੇ ਵਿੱਚ ਸਟੈਪ ਡਾਊਨ ਹੀ ਕਰਨਾ ਪੈਂਦਾ। 220 ਵੋਲਟ ਨੂੰ ਅਸੀਂ 12 ਵੋਲਟ ਤੇ ਲੈ ਕੇ ਆਣਾ ਹੈ, ਇਸ ਨੂੰ ਡਾਊਨ ਕਰਦਾ। ਫਸਟ ਪੁਆਇੰਟ ਟਰਾਂਸਫਾਰਮਰ ਦਾ ਸਟੈਪ ਡਾਊਨ ਦਾ ਕੰਮ। ਦੂਸਰਾ ਸਾਡਾ ਕੰਮ ਹੈ, ਤੁਹਾਡਾ ਜਿਹੜਾ ਪਾਰਟ ਹੈ, that is rectifier। Rectification is done by a set of diodes। These diodes, half-wave, full-wave rectifier, they act as rectifier, transforming this DC AC voltage into pulsating voltage DC।
ਪਲਸ ਵਾਲੀ ਜਿਹੜੀ ਵੋਲਟੇਜ ਜਿਹੜਾ ਤੁਹਾਡਾ ਆ ਡਾਇਗਰਾਮ ਸੀਗਾ ਇੰਸਟੈਡ ਆਫ ਦੈਟ ਇਹ ਜਿਹੜਾ ਤੁਹਾਡਾ ਲੋਅਰ ਐਂਡ ਸੀਗਾ ਉਸ ਨੂੰ ਖਤਮ ਕਰਤਾ ਐਗਜ਼ੈਕਟਲੀ ਇਹ ਡਾਇਗਰਾਮ ਇਹੀ ਡਾਇਗਰਾਮ ਦੀ ਗੱਲ ਕਰ ਰਹੇ ਹਾਂ ਫਸਟ ਡਾਇਗਰਾਮ ਨੈਕਸਟ ਡਾਇਗਰਾਮ ਇਹ ਪਲਸੇਟਿੰਗ ਡੀਸੀ ਬਣ ਗਈ रेक्टिफायर ने की ਕੀਤਾ रेक्टिफायर ने दिस इज योर ट्रांसफार्मर ने 220 वोल्ट ਨੂੰ ਡਾਊਨ ਕਰਤਾ ਘਟਾਤਾ ਸਟੈਪ ਡਾਊਨ ਕਰਤਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਰੈਕਟੀਫਾਇਰ ਆਇਆ ਜਿਸ ਡਾਇਓਡਸ ਲੱਗੇ ਆ ਉਹਨੇ ਜਿਹੜੀ ਡਬਲ ਫੇਜ਼ ਦੇ ਵਿੱਚ ਤੁਹਾਡੀ ਏਸੀ ਵੋਲਟੇਜ ਚੱਲ ਰਹੀ ਸੀ ਉਸਨੇ ਇਹਨੂੰ ਇੱਕ ਸਾਈਡ ਤੇ ਕਨਵਰਟ ਕਰਤਾ then filter the next step is filtering which is done by capacitor transforming this pulsating voltage into almost DC voltage obtained after the capacitor oscillates it ਜਿਹੜੀ ਤੁਹਾਡੀ ਪਲਸੇਟਿੰਗ ਡੀਸੀ ਸੀਗੀ ਦਿਸ ਇਜ਼ ਯੂਰ ਪਲਸੇਟਿੰਗ ਡੀਸੀ ਇਸ ਨੂੰ ਇਹਨੇ ਕਨਵਰਟ ਕਰਤਾ ਰਿਪਲਸ ਵਾਲੀ ਡੀਸੀ ਚ ਡੀਸੀ ਵੋਲਟੇਜ ਬਿਲਕੁਲ ਸਟੇਟ ਚੱਲ ਔਰ ਜਿਹੜਾ ਰੈਗੂਲੇਟਰ ਹੈ ਇਹਨੇ ਉਸ ਵੋਲਟੇਜ ਨੂੰ ਰੈਗੂਲੇਟ ਕਰਨਾ ਜਿਹੜੀ ਥੋੜੀ ਬਹੁਤ ਪਲਸਸ ਆ ਰਹੀ ਹੈ ਉਸ ਨੂੰ ਜ਼ੀਨਾ ਡਾਇਓਡ ਦੇ ਨਾਲ ਸੋ ਇਹ ਵੋਲਟੇਜ ਰੈਗੂਲੇਟਰ ਸਟੇਜ ਇਜ਼ ਨੈਸੈਸਰੀ ਡਨ ਬਾਈ ਜ਼ੀਨਾ ਡਾਇਓਡ ਔਰ ਬਾਈ ਵੋਲਟੇਜ ਰੈਗੂਲੇਟਰ ਸਰਕਿਟ ਉਸ ਤੋਂ ਬਾਅਦ ਇੱਕ ਟਰੂ ਡੀਸੀ ਵੋਲਟੇਜ ਆਬਟੇਨ ਹੋ ਜਾਂਦੀ फोर स्टेप प्रोसीजर है पावर सप्लाई ਦਾ फर्स्ट इज ट्रांसफार्मर ने ਜਿਹੜੀ ਤੁਹਾਡੀ ਵੋਲਟੇਜ ਹੈ 220 ਵੋਲਟ ਹੈ ਉਸ ਨੂੰ 12 ਵੋਲਟ ਤੇ ਲੈ ਕੇ ਆ ਗਿਆ ਉਸ ਤੋਂ ਬਾਅਦ ਰੈਕਟੀਫਾਇਰ ਨੇ ਜਿਹੜੀ ਟਰਾਂਸਫਾਰਮਰ ਦੀ ਦੋ ਫੇਜ਼ ਦੀ ਡਿਫਰੈਂਟ ਫੇਜ਼ਸ ਦੀ ਤੁਹਾਡੀ ਜਿਹੜੀ ਇਨਪੁਟ ਹੈ ਉਸ ਨੂੰ ਸਿੰਗਲ ਫੇਜ਼ ਡੀਸੀ ਸਿੰਗਲ ਫੇਜ਼ 'ਚ ਹੁੰਦਾ ਹੈ ਪਲਸੇਟਿੰਗ ਡੀਸੀ 'ਚ ਕਨਵਰਟ ਕਰਤਾ ਨੈਕਸਟ ਇਜ਼ ਯੂਰ ਫਿਲਟਰ ਨੇ ਉਸਨੇ ਉਸ ਨੂੰ रिपल डीसी बिल्कुल रिपल्स विद छोटे छोटे वेरिएशंस वाली डीसी कन्वर्ट करता और वोल्टेज रेगुलेटर ने उन्हें रेगुलेट करके प्रॉपर 12 वोल्ट डीसी ऑब्टेन दिस इज बेसिकली द कॉन्सेप्ट ऑफ ए लीनियर पावर्ड सप्लाई और यही सप्लाई ਦਾ ਕਨਸੈਪਟ ਅਸੀਂ ਐਸਐਮਪੀਐਸ ਵੀ ਯੂਜ਼ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਇਸ ਨੂੰ ਕਨਵਰਟ ਕਰਨੇ Again, now coming to your next power supply, that is your SMPS. It stands for switch mode power supply, and it is used to convert normally that AC volt to the DC volt. और ਇਹ diagram है ਤੁਹਾਡਾ SMPS ਦਾ last time भी मैं ਤੁਹਾਨੂੰ शायद project ਕੀਤਾ ਸੀਗਾ ठीक है now this is the block diagram of an SMPS ਹੁਣ ਇਸ ਨੂੰ ਲੀਨੀਅਰ ਪਾਵਰ ਸਪਲਾਈ ਨਾਲ ਕੰਪੇਅਰ ਕਰਨਾ ਤਾਂ ਬਹੁਤ ਜ਼ਿਆਦਾ ਡਿਫਰੈਂਸ ਤੁਹਾਨੂੰ ਨਹੀਂ ਦਿਖੇਗਾ ਜਿਹੜੀ ਤੁਹਾਡੀ ਮੇਨਸ ਇਨਪੁਟ ਹੈ ਇਹ 220 ਵੋਲਟ ਇਨਪੁਟ ਰੈਕਟੀਫਾਇਰ ਐਂਡ ਫਿਲਟਰ ਇਨਪੁਟ ਚੋਪਰ ਆउटपुट ट्रांसफार्मर आउटपुट रेक्टिफायर एंड फिल्टर डीसी आउटपुट और एक फीडबैक मैकेनिज्म ਦੇ ਵਿੱਚ ਚੋਪਰ ਕੰਟਰੋਲਰ ਅਵੇਲੇਬਲ ਹੈ और अगर मैं थले डायग्राम ਦੇ ਵਿੱਚ ਪ੍ਰੋਜੈਕਟ ਕਰਾਂ ਤਾਂ ਤੁਸੀਂ ਦੇਖੋ ਇਨਪੁਟ AC ਹੈ ਇਹ ਜਾ ਕੇ DC ਚ ਕਨਵਰਟ ਹੋ ਰਿਹਾ ਆਈਲ ਐਕਸਪਲੇਨ ਈਚ ਐਂਡ ਐਵਰੀ ਮੈਂ ਤੁਹਾਨੂੰ ਹਰ ਪਾਰਟ ਨੂੰ ਐਕਸਪਲੇਨ ਕਰਾਂਗਾ ਕਿਦਾਂ ਡਾਇਗਰਾਮ ਦੇ ਵਿੱਚ ਬਣ ਰਿਹਾ ਇਹ ਹੋਰ ਡਿਟੇਲ ਚ ਡਾਇਗਰਾਮ ਬਣੀ ਹੈ ਉਹੀ ਡਾਇਗਰਾਮ ਹੈ ਤੁਹਾਡੀ ਹੋਰ ਡਿਟੇਲ ਚ ਫਰਸਟ ਡਾਇਗਰਾਮ ਦੇ ਵਿੱਚ ਕੀ ਸੀਗਾ ਇਨਪੁਟ ਰੈਕਟੀਫਾਇਰ ਐਂਡ ਫਿਲਟਰ ਇਸ ਡਾਇਗਰਾਮ ਦੇ ਵਿੱਚ ਦੇਖੋ ਰੈਕਟੀਫਾਇਰ ਅਲੱਗ ਹੈ फिल्टर अलग है रेक्टिफायर अलग है फिल्टर अलग है एक डिटेल्ड डायग्राम है इस तो बाद साडे कोल चॉपर इज अवेलेबल दिस इज योर चॉपर हाई फ्रीक्वेंसी स्विच देन तुहाडे को देखो इत्थे ट्रांसफार्मर अवेलेबल है तुहाडे को ट्रांसफार्मर अवेलेबल है देन यू हैव गॉट दिस रेक्टिफायर एंड फिल्टर अवेलेबल साडे को रेक्टिफायर एंड फिल्टर अवेलेबल है इस डायग्राम ਨੂੰ ਤੁਸੀਂ ਇਸ ਡਾਇਗਰਾਮ ਨਾਲ ਕੰਪੇਅਰ ਕਰਨਾ ਇਹ ਤੁਹਾਡੀ ਡਾਇਗਰਾਮ ਬਰੀਫ ਚ ਦਿੱਤੀ ਹੋਈ ਹੈ ਇਹ ਤੁਹਾਡੀ ਡਾਇਗਰਾਮ ਡਿਟੇਲ ਚ ਦਿੱਤੀ ਹੈ ਆਊਟਪੁੱਟ ਪਾਵਰ ਸਪਲਾਈ ਇਸ ਤੋਂ ਬਾਅਦ ਤੁਹਾਡਾ ਇੱਕ ਫੀਡਬੈਕ ਮੈਕੈਨਿਜ਼ਮ ਤੁਹਾਡਾ ਇੱਥੇ ਦਿੱਤਾ ਹੈ ਅਲਟੀਮੇਟ ਆਊਟਪੁੱਟ ਇਜ਼ ਯੂਰ ਡੀਸੀ ਮਿਲਦੀ ਤੁਹਾਨੂੰ ਵਿੱਚੋਂ ਫੰਕਸ਼ਨ ਕੀ ਹੈ ਹਰ ਪਾਰਟ ਦਾ ਇਹਦੇ ਵਿੱਚ ਇੱਕ ਸਪੈਸੀਫਾਈਡ ਫੰਕਸ਼ਨ ਹੈ The first block is the bridge rectifier circuit
So the input voltage 230 volt or 220 volt is given to rectifier and is converted into high voltage DC. पहला सब तो पहला ਤੁਹਾਡਾ ਸਰਕਟ ਕਿਹੜਾ ਰੈਕਟੀਫਾਇਰ ਸਰਕਟ ਹੈ ਰੈਕਟੀਫਾਇਰ ਸਰਕਟ ਨੇ ਲੋਕ ਮੈਂ ਇਸ ਡਾਇਗਰਾਮ ਦੀ ਗੱਲ ਕਰ ਰਿਹਾ ਇਸ ਡਾਇਗਰਾਮ ਦੇ ਵਿੱਚ ਰੈਕਟੀਫਾਇਰ ਸਰਕਟ ਹੈ ਰੈਕਟੀਫਾਇਰ ਸਰਕਟ ਨੇ ਵੋਲਟੇਜ ਨੂੰ ਅਪ ਡਾਊਨ ਨਹੀਂ ਕਰ ਜਿੰਨੀ ਤੁਹਾਡੀ ਸਪਲਾਈ ਹੈ ਜਿੰਨੀ ਤੁਹਾਡੀ ਸਪਲਾਈ ਹੈ ਲੋ ਫ੍ਰੀਕੁਐਂਸੀ ਹਾਈ ਵੋਲਟੇਜ ਏਸੀ ਤੁਹਾਨੂੰ ਇਨਪੁਟ ਮਿਲੀ ਹੈ ਐਨੇ ਹਾਈ ਵੋਲਟੇਜ ਅਨਫਿਲਟਰਡ ਡੀਸੀ ਚ ਕਨਵਰਟ ਕਰ ਦੇ ਇਸ ਚੀਜ਼ ਨੂੰ ਬੇਟੇ ਲੀਨੀਅਰ ਪਾਵਰ ਸਪਲਾਈ ਇਜ਼ ਸਮਥਿੰਗ ਇੱਕ ਡਿਫਰੈਂਟ ਕਨਸੈਪਟ ਹੈ ਹੁਣ ਮੈਂ ਐਸਐਮਪੀਐਸ ਦੇ ਕਨਸੈਪਟ ਚ ਆ ਰਿਹਾ ਐਸਐਮਪੀਐਸ ਦੇ ਵਿੱਚ ਤੁਹਾਨੂੰ ਪਾਵਰ ਸਪਲਾਈ ਜੋ ਤੁਸੀਂ ਕੰਪਿਊਟਰ ਨੂੰ ਦਿੰਦੇ ਆ ਤੁਸੀਂ 220 ਵੋਲਟ ਏਸੀ ਦੇ ਦਿਓ ਔਰ ਉਹ ਲੋ ਫ੍ਰੀਕੁਐਂਸੀ ਹਾਈ ਵੋਲਟੇਜ ਏਸੀ ਹੁੰਦਾ ਰੈਕਟੀਫਾਇਰ ਨੇ ਇਹਨੂੰ ਹਾਈ ਵੋਲਟੇਜ ਜਿੰਨੀ 220 ਵੋਲਟ ਆਈ ਹੈ 220 ਵੋਲਟੇਜ ਅਨਫਿਲਟਰਡ ਡੀਸੀ ਚ ਕਨਵਰਟ ਕਰ ਦੇਣਾ ਦਿਸ ਇਜ਼ ਯੂਅਰ ਫਸਟ then the unfiltered DC is filtered by the filter circuit. Unfiltered DC is filtered by the filtered circuit. High voltage filtered DC. Unfiltered है, this is unfiltered DC ਜਿਹੜੀ ਇਦਾਂ move ਕਰ ਰਹੀ ਹੈ high voltage filtered DC. Next step ਦੇ ਵਿੱਚ ਇਹ ਕਿੱਥੇ ਜਾ ਰਿਹਾ ਹੈ then the high voltage DC is converted into a very high frequency square wave AC. High frequency square wave. This is square wave. High frequency, high voltage square wave. ਇਹ convert ਕਰ ਰਹੇ ਹਨ. The high voltage DC is converted into a very high frequency square wave. Here the high frequency switch is used to convert DC to AC. ਇਹ ਜਿਹੜਾ ਨਾ this one ਸਭ ਤੋਂ ਪਹਿਲਾਂ ਤੁਹਾਡੀ 220 ਵੋਲਟ AC ਆਈ ਇਹਨੂੰ ਹਾਈ ਵੋਲਟੇਜ DC ਚ ਕਨਵਰਟ ਕੀਤਾ ਤੁਹਾਡੇ ਰੈਕਟੀਫਾਇਰ ਨੇ ਜਿਹੜਾ ਫਿਲਟਰ ਹੈ ਉਹਨੇ ਹਾਈ ਵੋਲਟੇਜ ਫਿਲਟਰ DC ਚ ਕਨਵਰਟ ਕਰਤਾ ਜੋ ਇੱਕ ਪਿਓਰ DC ਤੁਹਾਨੂੰ ਮਿਲ ਗਈ ਬਟ ਉਹ 220 ਵੋਲਟ ਹੈ ਇਸ ਤੋਂ ਬਾਅਦ ਜਿਹੜਾ ਨੈਕਸਟ ਸੈਕਸ਼ਨ ਹੈ ਇਸਨੇ ਤੁਹਾਨੂੰ ਸਕੁਅਰ ਵੇਵ AC ਚ ਕਨਵਰਟ ਕਰਤਾ ਹੁਣ ਆਇਆ ਤੁਹਾਡਾ ਟਰਾਂਸਫਾਰਮਰ ਦਾ ਰੋਲ ਹੁਣ ਟਰਾਂਸਫਾਰਮਰ ਨੇ ਕੀ ਕਰਨਾ ਹੈ ਇਸ ਨੂੰ ਸਟੈਪ ਡਾਊਨ ਕਰਨਾ ਹੈ The high frequency AC is stepped down to low voltage 12 volt 5 volt by high frequency transformer. ਇਸ ਟਰਾਂਸਫਾਰਮਰ ਨੇ ਉਸ ਨੂੰ 12 ਵੋਲਟ ਤੇ 5 ਵੋਲਟ ਦੇ ਵਿੱਚ ਕਨਵਰਟ ਕਰ ਦੇਣਾ ਹੁਣ ਇਸ ਟਰਾਂਸਫਾਰਮਰ ਤੋਂ ਬਾਅਦ ਸਾਡੇ ਕੋਲ ਫੇਰ ਰੈਕਟੀਫਾਇਰ ਅਵੇਲੇਬਲ ਹੈ ਫੇਰ ਫਿਲਟਰ ਅਵੇਲੇਬਲ ਹੈ ਰੈਕਟੀਫਾਇਰ ਨੇ ਇਸ 5 ਵੋਲਟ AC ਨੂੰ ਜਾਂ 12 ਵੋਲਟ AC ਨੂੰ ਰੈਕਟੀਫਾਇਰ ਦਾ ਕੀ ਕੰਮ ਹੈ ਰੈਕਟੀਫਾਇਰ ਨੇ ਅਨਫਿਲਟਰਡ DC ਚ ਕਨਵਰਟ ਕਰਨਾ ਉਸ ਤੋਂ ਬਾਅਦ ਫਿਲਟਰ ਦਾ ਕੀ ਕੰਮ ਹੈ ਇਹਨੇ ਫਿਲਟਰ ਨੇ ਪਿਓਰ 5 ਵੋਲਟ ਤੇ 12 ਵੋਲਟ DC ਚ ਕਨਵਰਟ ਕਰਨਾ this is what the working of a SMPS is SMPS किस वे ना काम करता है then again a rectifier circuit is used to convert the low voltage AC to DC a filter circuit is used to filter the लेकिन एक feedback mechanism भी है the feedback path and a control circuits are used to control the output DC supply this is the block diagram and the working of an SMPS circuit मैं briefs ਤੁਹਾਨੂੰ ਫੇਰ explain ਕਰਦਾ ਸਭ ਕੁਝ ਇਸ diagram ਦੇ ਵਿੱਚ mentioned ਹੈ 220 ਵੋਲਟ AC ਸਾਨੂੰ ਘਰਾਂ ਚ ਨਹੀਂ ਕੰਪਿਊਟਰ ਨੂੰ ਅਸੀਂ ਦਿੰਨੇ ਰੈਕਟੀਫਾਇਰ ਇਹਨੂੰ ਹਾਈ ਵੋਲਟੇਜ ਅਨਫਿਲਟਰਡ DC ਚ ਕਨਵਰਟ ਕਰ ਦਿੰਦਾ ਫਿਲਟਰ ਉਹਨੂੰ 220 ਵੋਲਟ ਫਿਲਟਰ DC ਚ ਕਨਵਰਟ ਕਰ ਦਿੰਦਾ ਠੀਕ ਹੈ ਨੈਕਸਟ ਇਜ਼ ਥਰੂ ਫੀਡਬੈਕ ਮੈਕੈਨਿਜ਼ਮ ਹੈ ਜਿਹੜਾ ਸਾਡਾ ਸਰਕਟ ਕੰਟਰੋਲਰ ਅਵੇਲੇਬਲ ਹੁੰਦਾ ਹੈ it will convert it into square wave high frequency AC voltage then transformer ਆਂਦਾ ਹੈ ट्रांसफॉर्मर ਕੀ ਕਰੇਗਾ ਇਸ ਨੂੰ ਕਨਵਰਟ ਕਰ ਦੇਗਾ ट्रांसफॉर्मर ਨੇ ਇਹਨੂੰ ਕਨਵਰਟ ਕਰ ਦੇਣਾ ਹੈ ਇਨ ਦਾ ਫਾਰਮ ਆਫ ਕਨਵਰਟ ਨਹੀਂ ਮੀਨਸ ਇਹਨੂੰ ਸਟੈਪ ਡਾਊਨ ਕਰ ਦੇਣਾ ਹੈ 5 ਵੋਲਟ ਤੇ 12 ਵੋਲਟ DC ਦੇ ਵਿੱਚ ਕਨਵਰਟ ਕਰ ਦੇਣਾ ਹੈ ਉਸ ਤੋਂ ਬਾਅਦ ਰੈਕਟੀਫਾਇਰ ਨੇ ਇਸ ਨੂੰ ਅਨਫਿਲਟਰ ਕਰਨਾ ਹੈ ਫਿਲਟਰ ਨੇ ਇਸ ਨੂੰ ਫਿਲਟਰ ਕਰਕੇ ਤੁਹਾਡੀ 5 ਵੋਲਟ ਤੇ 12 ਵੋਲਟ DC ਆਬਟੇਨ ਕਰਦੇ
This is the basic working principle of a SMPS. Switch mode power supply किस वे नाल ऑपरेट। ਹੁਣ ਇਸ ਦੇ ਐਡਵਾਂਟੇजेस ਕੀ ਹੈ और डिसएडवांटेजेस ਕੀ ਹੈ। एडवांटेज है दैट स्विच मोड पावर सप्लाई सोर्स इज स्मॉल इन स्केल, बहुत छोटे स्केल ਤੇ ਹੁੰਦਾ ਹੈ, ਬਹੁਤ ਵੱਡੇ स्केल ਤੇ ਅਵੇਲੇਬਲ ਨਹੀਂ ਹੁੰਦਾ, ਲਾਈਟ weight ਵੀ ਹੈ। and SMPS power consumption is typically 60 to 70% which is of ideal use। SMPS ਦੇ ਵਿੱਚ ਕੋਈ ਐਕਸਟਰਨਲ ਇੰਟਰਫੇਰੈਂਸ ਨਹੀਂ ਹੁੰਦੀ ਔਰ ਕਾਫੀ ਜ਼ਿਆਦਾ ਅਸੀਂ ਇਹਦੀ ਪ੍ਰੋਡਕਸ਼ਨ ਕਰ ਸਕਦੇ। ਐਡਵਾਂਟੇजेस ਤਾਂ ਹੈਗੇ ਹੀ ਹੈ ਬਿਕੋਜ਼ SMPS ਅਸੀਂ ਕੰਪਿਊਟਰ ਸਿਸਟਮ 'ਚ ਬਹੁਤ ਯੂਜ਼ ਕਰਦੇ ਹਾਂ। ਵਿਦਆਊਟ SMPS ਅਸੀਂ ਡਾਇਰੈਕਟਲੀ ਮਦਰਬੋਰਡ ਨੂੰ ਜਾਂ ਪ੍ਰੋਸੈਸਰ ਨੂੰ ਡਾਇਰੈਕਟ ਸਪਲਾਈ ਨਹੀਂ ਦੇ ਸਕਦੇ। ਤੁਸੀਂ ਮਦਰਬੋਰਡ ਜਾਂ ਪ੍ਰੋਸੈਸਰ ਨੂੰ ਡਾਇਰੈਕਟ ਸਪਲਾਈ ਦੋਗੇ ਤਾਂ ਉਸੇ ਟਾਈਮ ਜਲ ਜਾਏਗਾ। डिसएडवांटेजेस ਕੀ ਹੈ। SMPS ਦੇ ਵਿੱਚ 5 ਜਾਂ 12 ਵੋਲਟ ਹੀ ਆਉਂਦੀ ਹੈ, ਜ਼ਿਆਦਾ ਵੋਲਟੇਜ ਸਪਲਾਈਜ਼ ਆਉਂਦੀਆਂ ਨਹੀਂ ਹੈ। use of SMPS can only be a step down, step up ਨਹੀਂ ਇਹਦੇ ਚ ਅਵੇਲੇਬਲ ਹੈ। The complexity of SMPS is large, yes. The production reflection of high and its control is weak in case of SMPS। 3 या 4 advantages है, 3 या 4 disadvantages है। Advantages are much more as compared to disadvantages। That is why SMPS are widely used। ਢਿੱਲੋਂ ਅਸੀਂ ਕੀ ਗੱਲ ਕੀਤੀ, ਅਸੀਂ ਇੱਕ ਲੀਨੀਅਰ ਪਾਵਰ ਸਪਲਾਈ ਦੀ ਗੱਲ ਕੀਤੀ, ਅਸੀਂ ਇੱਕ SMPS ਦੀ ਗੱਲ ਕੀਤੀ ਹੈ। ਲੀਨੀਅਰ ਪਾਵਰ ਸਪਲਾਈ ਦੇ ਸਰਕਟ ਦੀ ਗੱਲ ਕਰ ਲਈ, SMPS ਦੇ ਸਰਕਟ ਦੀ ਗੱਲ। ਹੁਣ ਮੈਂ ਇੱਕ ਪਾਵਰ ਸਪਲਾਈ ਦੇ ਕੰਟੈਕਸਟ ਦੇ ਵਿੱਚ ਬੜਾ ਇੱਕ ਇੰਪੋਰਟੈਂਟ ਚੀਜ਼ ਹੈ ਦੈਟ ਇਜ਼ ਯੂਅਰ ਫਾਰਮ ਫੈਕਟਰ। ਇਹਦੀ ਡਾਈਮੈਂਸ਼ਨਸ ਨੂੰ ਸਪੈਸੀਫਾਈ ਕਰਦਾ ਹੈ। ਅਸੀਂ ਮਦਰਬੋਰਡ ਦੇ ਕੰਟੈਕਸਟ ਵੀ ਗੱਲ ਕੀਤੀ ਸੀ ਫਾਰਮ ਫੈਕਟਰ ਦੀ, ਔਰ ਨਾਓ ਵੀ ਆਰ ਗੋਇੰਗ ਟੂ ਟਾਕ ਅਬਾਊਟ ਦਾ ਫਾਰਮ ਫੈਕਟਰ ਇਨ ਕੰਟੈਕਸਟ ਆਫ ਪਾਵਰ ਸਪਲਾਈਜ਼। ਮੈਂ ਲਾਸਟ ਲੈਕਚਰ 'ਚ ਇਹੀ ਗੱਲ ਕੀਤੀ ਸੀ, ਮੈਂ ਹੁਣ ਫੇਰ ਇਹੀ ਗੱਲ ਕਰ ਰਿਹਾ। ਪਾਵਰ ਸਪਲਾਈਜ਼ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਅਸੀਂ ਕਾਈਂਡ ਆਫ ਪਾਵਰ ਸਪਲਾਈਜ਼ ਯੂਜ਼ ਕਰਦੇ ਹਾਂ, they are automatic। Automatic means the moment you click the shutdown button, ਤੁਹਾਡਾ ਕੰਪਿਊਟਰ SMPS ਨੂੰ ਡਾਇਰੈਕਸ਼ਨਸ ਦਿੰਦਾ ਹੈ, ਆਫ ਆਟੋਮੈਟਿਕਲੀ ਹੁੰਦਾ ਹੈ। ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜੇ ਅਗਰ ਤੁਸੀਂ ਕੰਪਿਊਟਰਸ ਯੂਜ਼ ਕਰੋਗੇ, ਉਹਨਾਂ ਕੰਪਿਊਟਰ 'ਚ ਫੈਸਿਲਿਟੀ ਅਵੇਲੇਬਲ ਨਹੀਂ ਸੀ। ਕੀ ਹੈ ਫੈਸਿਲਿਟੀ ਸੀ, ਕੀ ਹੈ ਡਿਫਰੈਂਸ ਹੈ, that would be explained in this particular form factor। form factor ਕੀ ਹੈ? Earlier PCs using PC, PC-XT, PC-80, Baby-80 and LPX form factors all use mechanical switch to turn computer on and off। ਜਿਹੜੇ ਪੁਰਾਣੇ ਕੰਪਿਊਟਰ ਸੀਗੇ ਉਹ ਨੋ ਡਾਊਟ ਅਸੀਂ ਹੁਣ ਸਵਿਚ ਯੂਜ਼ ਕਰਦੇ ਹਾਂ ਔਨ ਕਰਨ ਲਈ, ਲੇਕਿਨ ਅਸੀਂ ਸਵਿਚ ਆਫ ਕਰਨ ਲਈ ਨਹੀਂ ਯੂਜ਼ ਕਰਦੇ। ਅੱਜ ਤੋਂ ਪੁਰਾਣੇ ਕੰਪਿਊਟਰ ਜਿਹੜੇ ਸੀ ਸਵਿਚ ਤੋਂ ਹੀ ਕੰਪਿਊਟਰ ਔਨ ਹੁੰਦਾ ਸੀ, ਸਵਿਚ ਤੋਂ ਹੀ ਕੰਪਿਊਟਰ ਆਫ ਹੁੰਦਾ ਸੀ। ਦਾ ਕਿਉਂ ਹੁੰਦਾ ਸੀ, ਕੀ ਡਿਫਰੈਂਸ ਹੈ, ਉਹ ਮੈਂ ਤੁਹਾਡਾ ਇੱਥੇ ਐਕਸਪਲੇਨ ਕਰਦਾ। Power supply sizes are based on type of case and motherboard connections। Older computers use 80 style, 80 style ਦੀ ਪਾਵਰ ਸਪਲਾਈ ਨੂੰ ਯੂਜ਼ ਕਰਦੇ ਸੀ। Modern computers use ATX point of power supply। 1994-95 ਤੋਂ ਬਾਅਦ ਜਿੰਨੇ ਵੀ ਕੰਪਿਊਟਰਸ ਆਏ, normally they computers use ATX kind of power supply। Older computers use 80 kind of power supply। 80 ਕੀ ਹੈ ਤੇ 80ATX ਕੀ ਹੈ, ਦੋਨਾਂ ਫਾਰਮ ਫੈਕਟਰ ਦੇ ਵਿੱਚ ਡਿਫਰੈਂਸ ਹੈ। 80 ਫਾਰਮ ਫੈਕਟਰ ਇਜ਼ ਦਾ ਫਰਸਟ ਮਾਡਰਨ ਫਾਰਮ ਫੈਕਟਰ ਟੂ ਬੀ ਵਾਈਡਲੀ ਯੂਜ਼ਡ। 84 ਦੇ ਵਿੱਚ ਰਿਲੀਜ਼ ਹੋਇਆ ਸੀ ਔਰ ਉਹਦੀ ਜਿਹੜੀ SMPS ਹੈ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਹੀ ਹੈ। ਲੇਕਿਨ ATX ਜਿਹੜਾ ਫਾਰਮ ਫੈਕਟਰ ਹੈ, ਐਡਵਾਂਸ ਟੈਕਨੋਲੋਜੀ ਐਕਸਟੈਂਡਡ ਫਾਰਮ ਫੈਕਟਰ ਵਾਸ ਕ੍ਰੀਏਟਡ ਬਾਈ ਇੰਟੈਲ ਇਨ 1990। ਇਟ ਵਾਸ ਦਾ ਫਰਸਟ ਬਿਗ ਚੇਂਜ ਇਨ। ਹੁਣ ਡਿਫਰੈਂਸ ਦੋਨਾਂ ਦੇ ਵਿੱਚ ਕੀ ਹੈ, ਮੈਂ ਤੁਹਾਨੂੰ ਡਿਫਰੈਂਸਸ ਵੀ ਐਕਸਪਲੇਨ ਕਰਾਂਗਾ। These are the differences। 80 power supply stands for advanced technology power supply। ATX power supply stands for advanced technologies extended power supply। 80 ਜਿਹੜਾ ਹੈ it can be supplied to 80 motherboard, it can be supplied to ATX motherboard। difference ਮੈਂ ਤੁਹਾਨੂੰ main point of difference ਕੀ ਹੈ, ਤੁਹਾਨੂੰ ਜਿਹੜਾ main point of difference ਆਂਦਾ ਪਿਆ ਹੈ, manufacturing ਹੈ, mini holes ਹੈ, ਜਾਂ 6 point ਦੇਖੋ।
it has a physical switch which can be operated manually. Till 80 motherboards 80 type ਦੀ ਜਿਹੜੀ ਪਾਵਰ ਜਿਹੜੇ ਤੁਹਾਡਾ ਫਾਰਮ ਫੈਕਟਰ ਸੀ ਤੁਹਾਡੇ ਕੰਪਿਊਟਰ ਨੂੰ ਸਵਿਚ ਨਾਲ ਔਨ ਕਰਨਾ ਪੈਂਦਾ ਸੀ ਸਵਿਚ ਨਾਲ ਆਫ ਕਰਨਾ ਪੈਂਦਾ ਸੀ ਲੇਕਿਨ 80x ਦੇ ਵਿੱਚ ਇਹ ਚੀਜ਼ ਅਵੇਲੇਬਲ ਨਹੀਂ ਹੈ ਜਿਹੜੀ ਅੱਜ ਅਸੀਂ ਪਾਵਰ ਸਪਲਾਈਜ਼ ਯੂਜ਼ ਕਰਦੇ ਹਾਂ ਤਾਂ ਮੋਮੈਂਟ ਕੰਪਿਊਟਰ ਨੇ ਇੰਸਟਰਕਸ਼ਨ ਦੇਤੀ ਸਵਿਚ ਆਫ ਕੰਪਿਊਟਰ ਔਨ ਜ਼ਰੂਰ ਤੁਹਾਨੂੰ ਕਰਨਾ ਪੈਂਦਾ ਹੈ ਲੇਕਿਨ ਆਫ ਤੁਹਾਡੇ ਸ਼ਟ ਡਾਊਨ ਤੋਂ ਆਪਣੇ ਆਪ ਹੁੰਦਾ ਔਰ ਅਗਰ ਮੈਂ 95 96 ਦੇ ਮਦਰਬੋਰਡ ਦੀ ਗੱਲ ਕਰਾਂ ਉਹਦੇ ਵਿੱਚ ਨੋ ਡਾਊਟ ਜਦੋਂ ਤੁਸੀਂ ਸ਼ਟ ਡਾਊਨ ਕਹਿੰਦੇ ਸੀਗੇ ਤਾਂ ਉੱਥੇ ਲਿਖਿਆ ਆਂਦਾ ਸੀ ਇਟ ਇਜ਼ ਨਾਟ ਸੇਫ ਟੂ ਟਰਨ ਆਫ ਯੂਰ ਕੰਪਿਊਟਰ ਤੁਹਾਨੂੰ ਸਵਿਚ ਆਫ ਕਰਨਾ ਪੈਂਦਾ ਬਟ 80x ਦੇ ਵਿੱਚ ਤੁਹਾਨੂੰ ਸਵਿਚ ਆਫ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਆਪਣੇ ਆਪ ਤੁਹਾਡਾ ਕੰਪਿਊਟਰ ਸ਼ਟ ਡਾਊਨ ਹੋ ਜਾਂਦਾ the main power supply in 80 power supply are two in number 80x ਦੇ ਵਿੱਚ ਇੱਕੋ ਹੀ ਪਾਵਰ ਕਨੈਕਟਰ ਹੈ 6 पिन कनेक्टर है 24 और 20 पिन कनेक्टर्स है पावर सप्लाई में 80 सप्लाई इज लेस देन 250 वोल्ट या 300 वोल्ट तक चल रहा है बाकी टेक्निकल डिफरेंसेस है इट हैज मिनी मोल कनेक्टर्स इथे SATA केबल भी यूज होती है 80 is being manufactured by this IBM this is being manufactured by Intel 80 motherboards और 80 power supplies ਜਿਹੜੀਆਂ ਤੁਹਾਡੀ started 84 ਸੀਗੀਆਂ ਇਹ 95 ਸੋ ਦਿਸ ਆਰ ਦਾ ਡਿਫਰੈਂਟ ਕਾਈਂਡ ਆਫ ਪਾਵਰ ਸਪਲਾਈਜ਼ ਜਿਹੜੇ ਮੈਂ ਗੱਲ ਕਰ ਰਿਹਾ ਲੀਨੀਅਰ ਪਾਵਰ ਸਪਲਾਈ ਦੀ ਗੱਲ ਕੀਤੀ ਠੀਕ ਹੈ ਲੀਨੀਅਰ ਪਾਵਰ ਸਪਲਾਈ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਦੈਟ ਐਸਐਮਪੀਐਸ ਦੀ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਲੀਨੀਅਰ ਪਾਵਰ ਸਪਲਾਈ ਔਰ ਐਸਐਮਪੀਐਸ ਦੇ ਵਿੱਚ ਬਹੁਤ ਜ਼ਿਆਦਾ ਟੈਕਨੀਕਲ ਡਿਫਰੈਂਸ ਨਹੀਂ ਹੈ ਅਲਟੀਮੇਟਲੀ ਦੋਨੋਂ ਪਾਵਰ ਸਪਲਾਈਜ਼ ਕੀ ਕਰਦੀਆਂ ਦੋਨੋਂ ਪਾਵਰ ਸਪਲਾਈਜ਼ ਇੱਕ ਟਰਾਂਸਫਾਰਮਰ ਯੂਜ਼ ਕਰਦੀਆਂ ਜਿਸ ਨਾਲ ਤੁਹਾਡਾ ਵੋਲਟੇਜ ਡਾਊਨ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਉਸ ਜਿਹੜਾ ਤੁਹਾਡਾ ਵੋਲਟੇਜ ਡਾਊਨ ਹੋ ਗਿਆ ਉਸ ਡਾਊਨ ਵੋਲਟੇਜ ਦੇ ਵਿੱਚ ਉਹਨੂੰ ਫਿਲਟਰੇਸ਼ਨ ਦੇ ਨਾਲ ਕੀ ਨਾਮ ਹੈ ਉਸ ਨੂੰ ਕੰਟਰੋਲ ਕਰਕੇ ਉਹਨੂੰ ਕਨਵਰਟ ਕਰਕੇ ਡੀਸੀ ਦੇ ਵਿੱਚ ਕਨਵਰਟ ਕਰਕੇ ਉਹਦੇ ਰਿਪਲਸ ਨੂੰ ਰਿਮੂਵ ਕਰ ਮੇਨ ਫੰਕਸ਼ਨ ਸਾਡੇ ਚਾਹੇ ਲੀਨੀਅਰ ਪਾਵਰ ਸਪਲਾਈ ਦੀ ਗੱਲ ਕਰੀਏ ਜਾਂ ਐਸਐਮਪੀਐਸ ਦੀ ਗੱਲ ਕਰੇ ਦੋਨੋਂ ਪਾਵਰ ਸਪਲਾਈਜ਼ ਦਾ ਮੇਨ ਫੰਕਸ਼ਨ ਇਹੀ ਹੈ ਦੈਟ ਜਿਹੜੀ ਤੁਹਾਡੀ ਵੋਲਟੇਜ ਹੈ ਜਿਹੜੀ ਵੀ ਤੁਹਾਡੀ ਵੋਲਟੇਜ ਹੈ ਉਹ 5 वोल्ट या 12 वोल्ट डीसी आनी चाहिए ना कि एसी और मेन चार ही फैक्टर्स है एक तो ट्रांसफॉर्मर है एक रेक्टिफायर है एक फिल्टर है और एक रेगुलेटर है चार ही मेन चीज़ें ये अवेलेबल है लेकिन एसएमपीएस की जो ਅਸੀਂ ब्लॉक डायग्राम करते हैं तो एसएमपीएस की ब्लॉक डायग्राम ਦੇ ਵਿੱਚ ਸਾਡੇ ਕੋਲ रेक्टिफायर भी है फिल्टर भी है ਉਸ ਤੋਂ ਬਾਅਦ ਚੋਪਰ ਆਂਦਾ ਹੈ ਉਸ ਤੋਂ ਬਾਅਦ ਤੁਹਾਡਾ ट्रांसफॉर्मर आंदा है फिर रेक्टिफायर आंदा है फिर फिल्टर आंदा है और एक साडे कोल फीडबैक मैकेनिज्म है जेड़ा कि चॉपर नु कंट्रोल करता है this is basically what the SMPS is what the linear power supply is and in the next lecture what we are going to discuss ਅਸੀਂ next lecture ਦੇ ਵਿੱਚ ਅਸੀਂ ਗੱਲ ਕਰਾਂਗੇ UPS two kind of UPS available है one is offline UPS another is online UPS